ਧੰਨ ਵਾਹਿਗੁਰੂ ਜੀਓ। ਗੌੜੀ ਮਾਈ ਮੋਹਿ ਅਵਰ ਨਾ ਜਾਣਿਓ ਆ ਨਾਨਾ। ਸ਼ਿਵ ਸਨਕਾਦ ਜਾਸ ਗੁਣ ਗਾਵਹਿ ਤਾਸ ਬਸਹਿ ਮੋਰੇ ਪ੍ਰਾਨਾ ਨਾ ਰਹਾਉ। ਹਿਰਦੇ ਪ੍ਰਗਾਸ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾ ਨਾ। ਬਿਖੈ ਰੋਗ ਭੈ ਬੰਧਨ ਭਾਗੀ ਮਾਨੋ ਨਿਜ ਘਰ ਸੁਖ ਜਾਨਾ ਨਾ। ਏਕ ਸੁਮਤ ਰਤ ਜਾਨ ਮਾਨ ਪ੍ਰਭ ਦੂਸਰ ਮਨਹਿ ਨਯਾ ਨਾਨਾ। ਚੰਦਨ ਬਾਸ ਭਈ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਏਕਸ ਮਤ ਰਤ ਜਾਨ ਮਾਨ ਪ੍ਰਭ ਦੂਸਰ ਮਨਹਿ ਨਯਾ ਨਾਨਾ। ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨਾ। ਤੀਹੀ ਬਡ ਭਾਗ ਬਸਿਉ ਮਨ ਜਾ ਕੈ ਕਰਮ ਪ੍ਰਧਾਨ ਮਥਾਨਾ ਨਾ। ਕਾਟ ਸ਼ਕਤ ਸ਼ਿਵ ਸਹਜ ਪ੍ਰਗਾਸਿਓ ਏਕੈ ਏਕ ਸਮਾਨਾ ਨਾ। ਕਹਿ ਕਬੀਰ ਗੁਰ ਭੇਟ ਮਹਾ ਸੁਖ ਭ੍ਰਮਤ ਰਹੇ ਮਨ ਮਾਨਾ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੀ ਪਾਵਨ ਸੋਹਬਤ ਵਿੱਚ ਸੱਜ ਕੇ ਆਪ ਜੀ ਨੇ ਬੜੇ ਅਦਬ ਸਤਿਕਾਰ ਸਹਿਤ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਇਕਾਗਰਤਾ ਨਾਲ ਸਰਵਣ ਕੀਤੇ ਹਨ। ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੌੜੀ ਰਾਗ ਵਿੱਚੋਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਭਗਤ ਜੀ ਮਹਾਰਾਜ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 339 ਅਤੇ 40 ਦੇ ਉੱਪਰ ਇਹ ਸੁਭਾਏਮਾਨ ਹੈ, ਦਰਜ ਹੈ। ਪਰਮੇਸ਼ਰ ਦਾ ਪ੍ਰੇਮ ਜਦੋਂ ਮਨੁੱਖ ਦੇ ਹਿਰਦੇ ਵਿੱਚ ਵਾਸ ਪਾਉਂਦਾ ਹੈ, ਪਰਮੇਸ਼ਰ ਦੇ ਹੋਣ ਦਾ ਜਦੋਂ ਮਨੁੱਖੀ ਮਨ ਨੂੰ ਅਹਿਸਾਸ ਹੋਣ ਲੱਗ ਪੈਂਦਾ ਹੈ, ਮਨੁੱਖ ਦੇ ਅੰਤਰਾਤਮੇ ਵਿੱਚ ਜੋ ਤਬਦੀਲੀਆਂ ਅਤੇ ਜੋ ਪ੍ਰਵਰਤਨ ਵਾਪਰਦਾ ਹੈ, ਭਗਤ ਕਬੀਰ ਜੀ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਉਸ ਅੰਦਰ ਦੀ ਦਸ਼ਾ ਨੂੰ ਐਕਸਪਲੇਨ ਕਰਨ ਦਾ ਯਤਨ ਕੀਤਾ ਹੈ।
ਜੋ ਉਹਨਾਂ ਨੇ ਆਪਣੇ ਅੰਦਰ ਮਹਿਸੂਸ ਕੀਤਾ ਹੈ, ਜੋ ਉਹਨਾਂ ਨੇ ਜੀਵਿਆ ਹੈ, ਜੋ ਉਹਨਾਂ ਨੇ ਮਾਣਿਆ ਹੈ, ਜੋ ਉਹਨਾਂ ਨੇ ਹੰਢਾਇਆ ਹੈ, ਸ਼ਬਦਾਂ ਦੇ ਰਾਹੀਂ ਜਿੰਨਾ ਕੁ ਉਸ ਨੂੰ ਬਿਆਨ ਕੀਤਾ ਜਾ ਸਕਦਾ ਹੈ, ਉਸ ਮਨੋ ਅਵਸਥਾ ਦੀ ਟੋਹ, ਉਸ ਮਨੋ ਅਵਸਥਾ ਦਾ ਅਹਿਸਾਸ ਸਾਨੂੰ ਕਰਵਾਉਣ ਦਾ ਭਗਤ ਜੀ ਨੇ ਪਰਉਪਕਾਰ ਸਾਡੇ ਉੱਪਰ ਕੀਤਾ ਹੈ। ਇੱਕ ਐਸੀ ਦਸ਼ਾ ਜਿੱਥੇ ਪਰਮੇਸ਼ਰ ਤੋਂ ਬਿਨਾਂ, ਸਿਰਜਣਹਾਰ ਤੋਂ ਬਿਨਾਂ ਕਿਸੇ ਦੂਜੇ ਦੇ ਹੋਣ ਦਾ ਖਿਆਲ ਹੀ ਨਹੀਂ। ਮਨੁੱਖ ਜਿੰਨਾ ਚਿਰ ਹਉਂ ਵਿੱਚ ਹੈ, ਉਸ ਨੂੰ ਲੱਗਦਾ ਹੈ ਮੈਂ ਕੁਝ ਵੱਖਰਾ ਹਾਂ, ਪਰਮੇਸ਼ਰ ਕੁਝ ਵੱਖਰਾ ਹੈ, ਬਾਕੀ ਜੋ ਦਿਸਦਾ ਪਸਾਰਾ ਹੈ ਕੁਝ ਵੱਖਰਾ ਹੈ। ਜਦੋਂ ਦੂਈ ਅਤੇ ਦਵੈਤ ਦਾ ਭਰਮ ਮਿਟ ਜਾਂਦਾ ਹੈ, ਜਦੋਂ ਮਨੁੱਖ ਦੀ ਸੁਰਤ ਰੂਪ ਰੰਗ ਆਕਾਰ ਤੋਂ ਪਰੇ ਇਸ ਸਿਰਜਣਾ ਨੂੰ ਸਿਰਜਣ ਵਾਲੀ ਸੱਤਾ ਤੱਕ ਪਹੁੰਚਣ ਦਾ ਯਤਨ ਕਰ ਲੈਂਦੀ ਹੈ, ਫਿਰ ਇਹ ਸਾਰੇ ਰੂਪ ਰੰਗ ਆਕਾਰ, ਇਹ ਜੋ ਵੀ ਸੰਸਾਰ ਵਿੱਚ ਨਜ਼ਰ ਆ ਰਿਹਾ ਹੈ, ਇਹ ਸਾਨੂੰ ਪਾਣੀ ਤੋਂ ਉੱਠਦੀ ਹੋਈ ਲਹਿਰ ਤੇ ਛੱਲ ਵਰਗਾ ਲੱਗਦਾ ਹੈ, ਪਾਣੀ ਦੀ ਤਰੰਗ ਵਰਗਾ ਲੱਗਦਾ ਹੈ, ਜੋ ਪਾਣੀ ਦੇ ਵਿੱਚੋਂ, ਸਮੁੰਦਰ ਦੇ ਵਿੱਚੋਂ ਪੈਦਾ ਹੋ ਕੇ ਉਸ ਵਿੱਚ ਹੀ ਸਮਾ ਜਾਂਦੀ ਹੈ। ਉਸ ਵੇਲੇ ਫਿਰ ਉਸ ਮਾਲਕ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਚੀਜ਼ ਦਾ ਆਭਾਸ ਨਹੀਂ ਹੁੰਦਾ। ਉਹੀ ਹੈ ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਉਸ ਮਾਲਕ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਸ਼ਹੀਦਾਂ ਦੇ ਸਿਰਤਾਜ ਗਰੀਬ ਨਵਾਜ਼ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਵਾਕ ਆਪਾਂ ਅਕਸਰ ਹੀ ਪੜ੍ਹਦੇ ਹਾਂ, ਤੁਧ ਬਿਨ ਦੂਜਾ ਨਾਹੀ ਕੋਇ, ਤੇਰੇ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਕਿਸੇ ਦੀ ਹਸਤੀ ਹੀ ਹੋਰ ਐਸੀ ਨਹੀਂ। ਤੂੰ ਹੀ ਸਾਰੇ ਜਗਤ ਦਾ ਕਰਨ ਵਾਲਾ, ਬਣਾਉਣ ਵਾਲਾ, ਸਿਰਜਣ ਵਾਲਾ ਕ੍ਰੀਏਟਰ ਹੈ। ਜੋ ਤੂੰ ਕਰਦਾ ਉਹੀ ਵਾਪਰਦਾ, ਭਾਵ ਸਭੋ ਕੁਝ ਤੇਰੇ ਹੁਕਮ ਵਿੱਚ ਹੈ। ਤੂੰ ਕਰਤਾਰ ਕਰਹਿ ਸੋ ਹੋਏ। ਚੌਥੇ ਪਾਤਸ਼ਾਹ ਨੇ ਇਸ ਨੂੰ ਕਿਹਾ, ਤੂੰ ਦਰਿਆਓ ਸਭ ਤੁਝ ਹੀ ਮਾਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ। ਇਹ ਅਹਿਸਾਸ ਵੀ ਉਸ ਨੂੰ ਹੁੰਦਾ ਹੈ ਜਿਸ ਉੱਤੇ ਤੇਰੀ ਮਿਹਰਾਮਤ ਹੈ, ਬਖਸ਼ਿਸ਼ ਹੈ, ਕਿਰਪਾ ਹੈ, ਜਿਸ ਨੇ ਤੈਨੂੰ ਵਾਪਰਦਾ ਹੋਇਆ ਮਹਿਸੂਸ ਕਰਕੇ ਤੇਰੀ ਕਿਰਪਾ ਨੂੰ ਮਾਣ ਲਿਆ, ਤੇਰੀ ਬਖਸ਼ਿਸ਼ ਨੂੰ ਮਾਣ ਲਿਆ। ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣ। ਇਸ ਗੱਲ ਨੂੰ ਜਾਣਦਾ ਉਹ ਹੈ, ਇਸ ਗੱਲ ਨੂੰ ਬੁੱਝਦਾ ਉਹ ਹੈ, ਇਸ ਗੱਲ ਦਾ ਗਿਆਨ ਉਸ ਦੇ ਅੰਦਰ ਪ੍ਰਗਟ ਹੁੰਦਾ ਹੈ। ਔਰ ਐਸਾ ਜੀਵ ਹਰ ਗੁਣ ਸਦ ਹੀ ਆਖ ਵਖਾਣ, ਸਦਾ ਹੀ ਹਰ ਵੇਲੇ ਉਹ ਪਰਮੇਸ਼ਰ ਦੇ ਗੁਣਾਂ ਨਾਲ ਜੁੜਿਆ ਰਹਿੰਦਾ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ, ਉਹਦਾ ਵੱਡਪਣ ਚਿਤਾਰਦਾ ਰਹਿੰਦਾ ਹੈ। ਭਗਤ ਕਬੀਰ ਜੀ ਮਹਾਰਾਜ ਨੇ ਫਰਮਾਇਆ, ਹੇ ਮੇਰੀ ਮਾਂ ਮਾਈ, ਮੋਹਿ ਅਵਰ ਨਾ ਜਾਣਿਓ ਆਨਾਨਾ। ਆਨਾਨਾ ਸ਼ਬਦ ਜਿਹੜਾ ਹੈ, ਵੈਸੇ ਤੇ ਆਨ ਸ਼ਬਦ ਹੈ, ਅਨਯ ਸ਼ਬਦ ਤੋਂ ਭਾਵ ਹੋਰ, ਪਰ ਜਦੋਂ ਕਾਵ ਤੁਕਾਂਤ ਮਿਲਣਾ ਹੋਵੇ ਤਾਂ ਕੁਝ ਵਾਧੂ ਸ਼ਬਦ ਜਿਹੜੇ ਹਨ ਉਹ ਲੈ ਨੂੰ ਪੂਰੀਆਂ ਕਰਨ ਵਾਸਤੇ ਨਾਲ ਜੋੜਨੇ ਕਾਵ ਵਿੱਚ ਉਚਿਤ ਹੁੰਦੇ ਹਨ। ਕਵਿਤਾ ਇਸ ਦੀ ਇਜਾਜ਼ਤ ਦਿੰਦੀ ਹੈ। ਹੇ ਮੇਰੀ ਮਾਂ, ਉਸ ਪਰਮੇਸ਼ਰ ਤੋਂ ਬਿਨਾਂ ਮੇਰੇ ਹਿਰਦੇ ਵਿੱਚ ਹੁਣ ਕਿਸੇ ਹੋਰ ਦਾ ਧਿਆਨ ਮਾਤਰ ਨਹੀਂ ਹੈ। ਉਹੀ ਹਰ ਜਗ੍ਹਾ ਦੇ ਉੱਤੇ ਵਾਪਰਦਾ ਹੋਇਆ, ਹਰ ਜਗ੍ਹਾ ਦੇ ਉੱਤੇ ਮੌਜੂਦ ਹੁਣ ਮੈਨੂੰ ਅਹਿਸਾਸ ਉਸੇ ਦਾ ਹੀ ਹੁੰਦਾ ਹੈ, ਹੋਰ ਕੋਈ ਦੂਜਾ ਹੈ ਨਹੀਂ। ਆਨ ਹੈ, ਆਨਾਨਾ ਦਾ ਅਰਥ ਹੈ ਅਨਯ, ਆਨ ਹੋਰ ਕੋਈ। ਤੇ ਫਰਮਾਉਂਦੇ ਹਨ, ਉਹ ਪਰਮੇਸ਼ਰ ਦੀ ਹਸਤੀ ਇੰਨੀ ਵੱਡੀ ਹੈ ਕਿ ਮੈਂ ਮਹਿਸੂਸ ਕਰਦਾ ਵੀ ਸ਼ਿਵ ਜੀ ਵਰਗੇ ਵੀ, ਸ਼ਿਵ ਸਨਕਾਦ, ਸਨਕ ਆਦਿਕ, ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ, ਇਹ ਚਾਰ ਬ੍ਰਹਮਾ ਦੇ ਪੁੱਤਰ ਮੰਨੇ ਗਏ। ਇਹਨਾਂ ਨੂੰ ਬੜਾ ਤੱਤਵੇਤਾ, ਉੱਚੀ ਪਦਵੀ ਵਾਲੇ ਮੰਨਿਆ ਗਿਆ।
ਬੜਾ ਰਿਸਪੈਕਟ ਦੇ ਨਾਲ ਇਹਨਾਂ ਦਾ ਨਾਮ ਪੁਰਾਣਾ ਵਿੱਚ ਲਿਆ ਜਾਂਦਾ ਹੈ। ਇਹਨਾਂ ਦੀਆਂ ਕਥਾ ਕਹਾਣੀਆਂ ਮੌਜੂਦ ਨੇ, ਬਹੁਤ ਉੱਚੀ ਅਵਸਥਾ ਨੂੰ ਪਹੁੰਚੇ ਹੋਏ ਦੱਸਿਆ ਜਾਂਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ, ਮੈਂ ਹੁਣ ਕਿਸੇ ਦੇਵੀ ਦੇਵ ਜਾਂ ਕਿਸੇ ਹੋਰ ਚੀਜ਼ 'ਤੇ ਯਕੀਨ ਨਹੀਂ ਕਰਦਾ, ਮੈਂ ਇਹਨਾਂ ਚੀਜ਼ਾਂ ਤੋਂ ਵੀ ਉੱਪਰ ਚਲਾ ਗਿਆ, ਮੇਰੀ ਸੁਰਤ ਇਹਨਾਂ ਚੀਜ਼ਾਂ ਤੋਂ ਵੀ ਉੱਪਰ ਉੱਠ ਗਈ ਹੈ। ਤਾਸ ਬਸੈ ਮੋਰੇ ਪ੍ਰਾਣਾ ਨਾ, ਮੇਰੇ ਪ੍ਰਾਣਾ ਵਿੱਚ, ਮੇਰੇ ਸਾਹਾਂ ਵਿੱਚ, ਮੇਰੀ ਚੇਤਨਾ, ਮੇਰੀ ਸੁਰਤ ਵਿੱਚ ਉਹ ਪਰਮੇਸ਼ਰ ਵਸਦਾ ਜਿਸ ਨੂੰ ਸ਼ਿਵ ਜੀ ਵਰਗੇ ਵੀ ਧਿਆਉਂਦੇ ਨੇ। ਬ੍ਰਹਮਾ ਦੇ ਪੁੱਤਰ ਵੀ ਜਿਸ ਦੇ ਅੱਗੇ ਤੁੱਛ ਹਨ, ਮਾਮੂਲੀ ਹਨ। ਅਸੀਂ ਜਦੋਂ ਕਿਸੇ ਵਲਗਣ ਵਿੱਚ ਹੁੰਦੇ ਹਾਂ, ਭਾਵੇਂ ਕਿਸੇ ਪਰਸਨੈਲਿਟੀ ਨਾਲ ਸਾਡਾ ਪ੍ਰੇਮ ਹੋਵੇ, ਮੁਹੱਬਤ ਹੋਵੇ, ਸਾਂਝ ਹੋਵੇ, ਨੇੜਤਾ ਹੋਵੇ, ਸਾਨੂੰ ਉਹ ਸਭ ਤੋਂ ਉੱਚੀ ਲੱਗਦੀ। ਔਰ ਅਸੀਂ ਜਿਉਂ-ਜਿਉਂ ਉਸ ਦੇ ਮੋਹ ਵਿੱਚ ਵੱਜਦੇ ਜਾਂਦੇ ਹਾਂ, ਪ੍ਰੇਮ 'ਚ ਵੱਜਦੇ ਜਾਂਦੇ ਹਾਂ, ਅਸੀਂ ਉਸੇ ਨੂੰ ਹੀ ਸਾਰਾ ਕੁਝ ਮੰਨ ਬੈਠਦੇ ਹਾਂ। ਔਰ ਸਿਰਜਣਹਾਰ ਹੌਲੀ-ਹੌਲੀ ਸਾਡੀ ਸੁਰਤ ਵਿੱਚੋਂ ਮਨਫੀ ਹੋ ਜਾਂਦਾ। ਧਾਰਮਿਕ ਰਹਿਬਰਾਂ ਦੇ ਨਾਲ ਵੀ ਇਸ ਤਰ੍ਹਾਂ ਹੋਇਆ। ਕਿਸੇ ਨੇ ਆਪਣੇ ਦੇਵਤੇ ਨੂੰ ਇੰਨਾ ਮਹਾਨ ਮੰਨਿਆ ਵੀ ਉਸ ਨੂੰ ਲੱਗਿਆ ਇਹੀ ਸ੍ਰਿਸ਼ਟੀ ਦਾ ਕਾਰਨ ਹੈ, ਜਗਤ ਨੂੰ ਇਹੀ ਬਣਾਉਂਦਾ ਹੈ, ਇਹੀ ਚਲਾਉਂਦਾ ਹੈ, ਇਹੀ ਸਭ ਕੁਝ ਕਰ ਸਕਦਾ ਹੈ, ਇਸ ਤੋਂ ਉੱਚਾ ਹੋਰ ਕੋਈ ਨਹੀਂ। ਦੂਜੇ ਦੇਵਤੇ ਦਾ ਪੈਰੋਕਾਰ ਕਹਿੰਦਾ, ਨਹੀਂ, ਮੇਰਾ ਇਸ਼ਟ ਸਭ ਤੋਂ ਉੱਚਾ ਹੈ। ਬੜੀ ਹੈਰਾਨੀ ਹੁੰਦੀ ਹੈ ਜਦੋਂ ਭਾਰਤ ਵਿੱਚ ਤੁਸੀਂ ਜਿਸ ਵੇਲੇ ਪੁਰਾਣਾਂ ਨੂੰ ਪੜ੍ਹੋ, ਸ਼ਿਵ ਪੁਰਾਣ ਨੂੰ ਪੜ੍ਹਦੇ ਆ, ਜਾਂ ਜਿਹੜੇ ਸ਼ਿਵ ਭਗਤਾਂ ਨੂੰ ਉਹ ਕਹਿਣਗੇ ਸ਼ਿਵ ਜੀ ਦਾ ਰੁਤਬਾ ਇੰਨਾ ਉੱਚਾ ਹੈ, ਬ੍ਰਹਮਾ ਤੇ ਵਿਸ਼ਨੂੰ ਸ਼ਿਵ ਜੀ ਦੇ ਦਰਬਾਰ ਵਿੱਚ ਖੜੇ ਹੋਏ ਤੁਹਾਨੂੰ ਨਜ਼ਰ ਆਉਂਦੇ ਨੇ। ਕਿਸੇ ਲੋੜ ਵੇਲੇ, ਕਿਸੇ ਮੁਸੀਬਤ ਵੇਲੇ, ਕਿਸੇ ਮਸਲੇ ਦੇ ਹੱਲ ਵੇਲੇ ਉਹ ਸ਼ਿਵ ਜੀ ਦੇ ਚਰਨਾਂ ਦੀ ਹਾਜ਼ਰੀ ਭਰ ਰਹੇ ਹੁੰਦੇ ਨੇ। ਪਰ ਬ੍ਰਹਮਾ ਜੀ ਨੂੰ ਮੰਨਣ ਵਾਲਿਆਂ ਦਾ ਮਤ ਵੱਖਰਾ ਹੈ। ਉਹ ਕਹਿੰਦੇ ਨੇ ਸ਼ਿਵ ਅਤੇ ਵਿਸ਼ਨੂੰ ਬ੍ਰਹਮਾ ਦੇ ਦਰਬਾਰ ਵਿੱਚ ਆ ਕੇ ਸਿਰ ਨਿਵਾਉਂਦੇ ਨੇ, ਕਿਉਂਕਿ ਉਹ ਵੱਡਾ ਹੈ, ਉਹ ਸਿਰਜਣਹਾਰ ਹੈ, ਉਹ ਪੈਦਾ ਕਰਨ ਵਾਲਾ ਹੈ। ਜੇ ਉਹ ਪੈਦਾ ਨਾ ਕਰੇ ਤੇ ਸ਼ਿਵ ਮਾਰੇ ਕਿਹਨੂੰ? ਸ਼ਿਵ ਜੀ ਦੀ ਡਿਊਟੀ ਮਾਰਨ ਦੀ ਹੈ, ਬ੍ਰਹਮਾ ਦੀ ਡਿਊਟੀ ਪੈਦਾ ਕਰਨ ਦੀ ਹੈ, ਵਿਸ਼ਨੂੰ ਦੀ ਡਿਊਟੀ ਸੰਸਾਰ ਦੀ ਪਾਲਣਾ ਦੀ ਹੈ। ਜੇ ਬ੍ਰਹਮਾ ਪੈਦਾ ਨਹੀਂ ਕਰੇਗਾ ਤੇ ਵਿਸ਼ਨੂੰ ਪਾਲੇਗਾ ਕਿਹਨੂੰ, ਤੇ ਸ਼ਿਵ ਮਾਰੇਗਾ ਕਿਹਨੂੰ? ਤਾਂ ਦੋਨਾਂ ਦੀ ਕਿਰਿਆ ਬ੍ਰਹਮਾ ਦੀ ਕਿਰਿਆ ਦੇ ਉੱਤੇ ਡਿਪੈਂਡਡ ਹੈ, ਨਿਰਭਰ ਹੈ ਕਿ ਉਹ ਪੈਦਾ ਕਰ ਰਿਹਾ ਤੇ ਉਹ ਪਾਲ ਰਿਹਾ। ਤੇ ਜੇ ਕੋਈ ਪੈਦਾ ਹੋਇਆ ਹੈ ਤੇ ਉਸ ਨੂੰ ਕੋਈ ਮਾਰ ਰਿਹਾ, ਉਹਨਾਂ ਦੀ ਆਪਣੀ ਦਲੀਲ ਹੁੰਦੀ ਹੈ। ਵਿਸ਼ਨੂੰ ਦੇ ਭਗਤ ਉਸ ਨੂੰ ਸਰਬ ਕਲਾ ਸਮਰੱਥ ਮੰਨਦੇ ਨੇ। ਜਿਤਨੇ ਵੀ ਅਵਤਾਰ ਪੈਦਾ ਹੋਏ ਉਹ ਵਿਸ਼ਨੂੰ ਦੇ ਮੰਨੇ ਗਏ, ਜਿਤਨੀਆਂ ਦੇਵੀਆਂ ਪੈਦਾ ਹੋਈਆਂ ਉਹ ਲਕਸ਼ਮੀ ਦੀਆਂ ਮੰਨੀਆਂ ਗਈਆਂ। ਬਹੁਤ ਲੰਬਾ ਚੌੜਾ ਪਸਾਰਾ। ਕਹਿਣ ਤੋਂ ਮੁਰਾਦ ਹੈ ਕਿਸੇ ਇੱਕ ਸ਼ਕਤੀ ਦਾ ਪੂਜਨ ਕਰਨ ਵਾਲੇ ਜਿਹੜੇ ਨੇ ਉਹ ਦੂਜੀ ਸ਼ਕਤੀ ਨੂੰ ਉਸ ਸ਼ਕਤੀ ਦੇ ਅਧੀਨ ਦੱਸਦੇ ਨੇ ਤੇ ਦੂਜੇ ਨੂੰ ਮਹਾਨ ਦੱਸਦੇ ਨੇ। ਗੁਰੂ ਸਾਹਿਬ ਜੀ ਨੇ ਬੜਾ ਸਾਦਾ ਜਿਹਾ ਢੰਗ ਅਪਣਾਇਆ ਹੈ। ਉਹਨਾਂ ਨੇ ਇੱਕ ਨਿਰੰਕਾਰ ਸਰਵ ਵਿਆਪਕ ਪਰਮੇਸ਼ਰ ਦੀ ਸਿਫਤੋ ਸਲਾਹ ਬਾਣੀ ਵਿੱਚ ਕੀਤੀ ਹੈ, ਜਿਸ ਨੂੰ ਸਮਝਣਾ ਸਾਡੇ ਲਈ ਸਭ ਤੋਂ ਜ਼ਿਆਦਾ ਲਾਜ਼ਮੀ ਹੈ। ਗੁਰੂ ਸਾਹਿਬ ਨੇ ਆਖਿਆ ਉਹ ਇੱਕ ਹੈ। ਇੱਕ ਦਾ ਅਰਥ ਹੀ ਇਹ ਹੁੰਦਾ ਹੈ ਵੀ ਜਿਸ ਨੂੰ ਤੁਸੀਂ 2 ਜਾਂ 3 ਹਿੱਸਿਆਂ 'ਚ ਨਹੀਂ ਵੰਡ ਸਕਦੇ। ਉਹ ਇੱਕ ਦਾ ਮਤਲਬ ਹੈ ਉਹ ਖੰਡਿਤ ਹਸਤੀ ਨਹੀਂ, ਹਿੱਸਿਆਂ 'ਚ ਵੰਡਿਆ ਹੋਇਆ ਨਹੀਂ। ਉਹ ਇੱਕ ਬੱਝਵੀਂ ਸੱਤਾ ਹੈ ਜਿਸ ਦੇ ਤੁਸੀਂ ਖੰਡ ਕਰਕੇ, ਟੋਟੇ ਕਰਕੇ ਉਹਦੇ ਭਾਗ ਨਹੀਂ ਬਣਾ ਸਕਦੇ। ਜੇ ਤੁਸੀਂ ਉਹਦੇ ਟੋਟੇ ਟੁਕੜੇ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਸਾਰੇ ਟੁਕੜੇ ਜਿਹੜੇ ਨੇ ਇੱਕ ਦੂਜੇ ਦੇ ਪੈਰਾਲਲ ਖਲੋ ਜਾਂਦੇ ਨੇ, ਧੜੇ ਬਣ ਕੇ। ਉਹ ਇੱਕ ਹੈ, ਉਹ ਖੰਡਿਤ ਨਹੀਂ। ਜਦੋਂ ਬਾਣੀ 'ਚ ਆਉਂਦਾ ਹੈ ਨਾ ਸ਼ਬਦ ਨਿਰੰਤਰ, ਨਿਰੰਤਰ ਦਾ ਅਰਥ ਹੀ ਹੈ ਬਿਨਾਂ ਵਿੱਥ ਤੋਂ, ਗੈਪ ਹੀ ਹੈ ਨਹੀਂ ਜਿਸ ਵਿੱਚ। ਉਹ ਹੈ ਹੀ ਇੱਕ। ਉਹ ਇੱਕ ਹੀ ਓਮਕਾਰ ਭਾਵ ਵਿਆਪਕ ਹੈ, ਸਭਨਾਂ ਵਿੱਚ ਇੱਕੋ ਜਿਹਾ। ਕੁੱਲ ਕਾਇਨਾਤ ਔਰ ਮਖਲੂਕ ਉਸ ਦੇ ਹੁਕਮ, ਉਸ ਦੀ ਰਜ਼ਾ 'ਚੋਂ ਪੈਦਾ ਹੋਈ ਹੈ। ਇਸ ਨੂੰ ਚਲਾਉਣ ਵਾਲਾ ਵੀ ਉਸ ਦਾ ਹੁਕਮ ਹੈ। ਕੁੱਲ ਕਾਇਨਾਤ ਦੇ ਜ਼ਰਰੇ ਉੱਤੇ ਉਸ ਦਾ ਹੁਕਮ ਲਾਗੂ ਹੈ। ਹੁਕਮ ਵਿੱਚੋਂ ਹੀ ਜੀਵ ਪੈਦਾ ਹੋ ਰਹੇ ਨੇ, ਜੀ ਰਹੇ ਨੇ, ਖਤਮ ਹੋ ਰਹੇ ਨੇ। ਇੱਕ ਸਰਕਲ ਜਿਹੜਾ ਉਸ ਦੀ ਕੁਦਰਤ ਵਿੱਚ
ਨੇਚਰ ਵਿੱਚ ਲਗਾਤਾਰ ਚੱਲੀ ਜਾ ਰਿਹਾ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਮਹਾਰਾਜ ਦੀ ਬਾਣੀ ਵਿੱਚ ਆਪਾਂ ਇਹ ਸ਼ਬਦ ਬੜੀ ਵਾਰ ਪੜ੍ਹਾਂਗੇ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚੇਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਤ ਪੜ੍ਹੇ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਜਦੋਂ ਇਹ ਵਾਕ ਆਪਾਂ ਪੜ੍ਹਦੇ ਹਾਂ, ਜੋ ਗਾਉਣ ਵਾਲਾ ਹੈ ਉਸ ਦਾ ਰੁਤਬਾ ਕੀ ਹੈ, ਤੇ ਜਿਸ ਨੂੰ ਗਾਇਆ ਜਾ ਰਿਹਾ ਹੈ ਉਸ ਦਾ ਰੁਤਬਾ ਕੀ ਹੈ। ਜਿਸ ਦੀ ਸਿਫਤ ਕੀਤੀ ਜਾ ਰਹੀ ਹੈ ਵੱਡਾ ਉਹ ਹੈ ਕਿ ਜਿਹੜਾ ਸਿਫਤ ਕਰ ਰਿਹਾ ਵੱਡਾ ਉਹ ਹੈ। ਨਿਸ਼ਚੈ ਜਿਸ ਦੀ ਸਿਫਤ ਹੋ ਰਹੀ ਹੈ, ਜਿਸ ਦੇ ਦਰਵਾਜ਼ੇ ਤੇ ਖਲੋ ਕੇ ਕੋਈ ਉਹਨੂੰ ਗਾ ਰਿਹਾ ਹੈ, ਉਹ ਗਾਉਣ ਵਾਲਾ ਇੰਨਾ ਵੱਡਾ ਨਹੀਂ ਹੈ। ਵੱਡਾ ਤੇ ਉਹ ਹੋਇਆ ਜਿਹਦੇ ਦਰਵਾਜ਼ੇ ਤੇ ਖਲੋ ਕੇ ਕੋਈ ਕਿਸੇ ਨੂੰ ਗਾ ਰਿਹਾ, ਜਿਸ ਦੀ ਵਡਿਆਈ ਕੀਤੀ ਜਾ ਰਹੀ, ਜਿਸ ਦਾ ਵਡੱਪਣ ਕੀਤਾ ਜਾ ਰਿਹਾ, ਜਿਸ ਦੀ ਮਹਿਮਾ ਤੇ ਸਿਫਤ ਉਹਦੇ ਦਰ, ਉਹਦੀ ਸਰਦਲ ਤੇ ਖਲੋ ਕੇ ਕੋਈ ਕਰਦਾ ਹੈ, ਰੁਤਬਾ ਤੇ ਉਹਦਾ ਵੱਡਾ ਹੋਇਆ, ਵਡਿਆਈ ਤੇ ਉਹਦੀ ਹੈ, ਸ਼ਾਨ ਤੇ ਉਹਦੀ ਹੈ। ਇਸ ਵਾਸਤੇ ਮਹਾਰਾਜ ਨੇ ਜਦੋਂ ਇਹ ਐਸੇ ਸ਼ਬਦ ਵਰਤੇ ਨੇ ਤੇ ਇਹਨਾਂ ਦਾ ਇੱਕ ਭਾਵ ਹੁੰਦਾ ਹੈ। ਜਿੱਥੇ ਸ਼ਿਵ ਹੀ ਭਗਵਾਨ ਹੈ, ਸਨਕ ਸਨਾਤਨ ਸੰਤ ਕੁਮਾਰ ਆਦਿਕ ਜਿਹੜੇ ਨੇ, ਸਨੰਦ ਆਦਿਕ ਜਿਹੜੇ ਨੇ, ਉਹਨਾਂ ਦੇ ਉੱਚੇ ਰੁਤਬੇ ਮਿਥੇ ਗਏ ਨੇ। ਉੱਥੇ ਭਗਤ ਕਬੀਰ ਜੀ ਕਹਿੰਦੇ ਉਹ ਵਸ ਗਿਆ ਮੇਰੇ ਪ੍ਰਾਣਾਂ 'ਚ। ਸ਼ਿਵ ਜੀ ਵੀ ਜੀ ਦੇ ਦਰਵਾਜ਼ੇ ਤੇ ਖਲੋ ਕੇ ਉਹਨੂੰ ਗਾਉਂਦਾ ਹੈ। ਸੰਤ ਕੁਮਾਰ ਵਰਗੇ ਵੀ ਜਿਸ ਦੇ ਦਰਵਾਜ਼ੇ ਦੇ ਉੱਤੇ ਇੱਕ ਗਵਈਏ ਦੀ ਹੈਸੀਅਤ ਰੱਖਦੇ ਨੇ, ਜਿਨ੍ਹਾਂ ਦਾ ਕਰਮ ਕੇਵਲ ਗਾਉਣਾ ਹੈ। ਉੱਚਾ ਉਹ ਹੈ ਜਿਸ ਨੂੰ ਗਾਇਆ ਜਾ ਰਿਹਾ। ਐਸਾ ਪਰਮੇਸ਼ਰ ਜੋ ਸ਼ਿਵ ਤੋਂ ਵੀ ਉੱਚਾ ਹੈ, ਜਿਸ ਦੇ ਰੁਤਬੇ ਤੱਕ ਸ਼ਿਵ ਵੀ ਨਹੀਂ ਪਹੁੰਚਦਾ, ਉਹ ਪਰਮੇਸ਼ਰ ਮੇਰੇ ਪ੍ਰਾਣਾਂ ਦੇ ਵਿੱਚ ਵਸ ਗਿਆ, ਮੇਰੇ ਹਿਰਦੇ ਵਿੱਚ ਵਸ ਗਿਆ। ਇਸ ਨੂੰ ਭਗਤ ਨਾਮਦੇਵ ਸਾਹਿਬ ਜਿਨ੍ਹਾਂ ਦਾ ਆਪਾਂ ਸ਼ਬਦ ਵਿਚਾਰਿਆ ਉਹ ਲਿਖਦੇ ਨੇ, ਹਉ ਤੋਂ ਏਕ ਰਮਈਆ ਲੈ ਹਉ ਆਨ ਦੇਵ ਬਦਲਾਵਨ ਰਹਿ। ਤੋ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, ਫਿਰ ਇਹ ਕਿਵੇਂ ਸੰਭਵ ਹੋਇਆ? ਉਹ ਕਹਿੰਦੇ ਨੇ, ਹਿਰਦੇ ਪ੍ਰਗਾਸ, ਮੇਰੇ ਹਿਰਦੇ ਵਿੱਚ ਹੁਣ ਪ੍ਰਕਾਸ਼ ਹੀ ਪ੍ਰਕਾਸ਼, ਚਾਨਣ ਹੀ ਚਾਨਣ ਹੈ। ਵਿਵੇਕ ਦਾ, ਵਿਵੇਕ ਬੁੱਧੀ ਦਾ ਸਾਡੇ ਅੰਦਰ ਪੈਦਾ ਹੋ ਜਾਣਾ, ਇਹ ਸਾਡੇ ਜੀਵਨ ਦਾ ਚਾਨਣ ਹੈ, ਰੁਸ਼ਨਾਈ ਹੈ। ਪਰ ਇਹ ਕਿਵੇਂ ਸੰਭਵ ਹੈ? ਗਿਆਨ ਗੁਰਗੰਮਿਤ, ਗੁਰੂ ਦੇ ਗਿਆਨ ਦਾ ਹਿਰਦੇ ਵਿੱਚ ਟਿਕ ਜਾਣ ਸਦਕਾ ਮੇਰਾ ਹਿਰਦਾ ਪ੍ਰਕਾਸ਼ ਨਾਲ ਭਰ ਗਿਆ। ਗੁਰੂ ਰਾਮਦਾਸ ਸਾਹਿਬ ਦੇ ਆਪਾਂ ਰੋਜ਼ ਵਾਕ ਪੜ੍ਹਦੇ ਹਾਂ, ਕਰ ਦਇਆ ਨਾਮ ਪ੍ਰਗਾਸ। ਪ੍ਰਗਾਸ ਚਾਨਣ ਨੂੰ ਕਹਿੰਦੇ ਨੇ, ਨਾਮ ਦਾ ਚਾਨਣ ਕਰਦੇ, ਨਾਮ ਦੀ ਸੋਝੀ ਬਖਸ਼ਦੇ। ਆਪਾਂ ਕਹਿੰਦੇ ਨਾ ਮੈਨੂੰ ਚਾਨਣ ਹੋਇਆ, ਵੀ ਇਹ ਗੱਲ ਇੱਦਾਂ ਨਹੀਂ ਇੱਦਾਂ, ਇਹਦਾ ਮਤਲਬ ਮੈਨੂੰ ਇਲਮ ਹੋਇਆ, ਸਮਝ ਪਈ, ਮੇਰੇ ਅੰਦਰ ਇਸ ਗੱਲ ਦਾ ਗਿਆਨ ਫੁਰ ਗਿਆ, ਪ੍ਰਗਟ ਹੋ ਗਈ ਗੱਲ। ਸ਼ੱਕ ਸ਼ੁਭਾ ਜਾਂ ਸੰਸਾ ਨਹੀਂ ਰਹਿ ਗਿਆ। ਪਹਿਲੋਂ ਸੀ ਖੌਰੇ ਇੱਦਾਂ ਹੈ ਕਿ ਨਹੀਂ ਹੈ, ਕਿਉਂਕਿ ਪਰਖ ਨਹੀਂ ਸੀ। ਕੋਈ ਬੰਦਾ ਹਨੇਰੇ 'ਚ ਸਾਹਮਣੇ ਆ ਰਿਹਾ, ਆਪਾਂ ਦੂਰੋਂ ਵੇਖਦੇ ਪਤਾ ਨਹੀਂ ਫਲਾਨਾ ਮਨੁੱਖ ਲੱਗਦਾ ਹੈ, ਫਿਰ ਦੂਜੇ ਪਲ ਨਹੀਂ, ਤੋਰ ਉਸ ਦੀ ਨਹੀਂ, ਚਿਹਰਾ ਉਸ ਦਾ ਨਹੀਂ ਲੱਗਦਾ। ਹਨੇਰੇ ਕਰਕੇ ਆਪਾਂ ਕਨਫਿਊਜ਼ ਹੁੰਦੇ ਹਾਂ, 2-3 ਤਰ੍ਹਾਂ ਦੇ ਖਿਆਲ ਸਾਡੇ ਮਨ 'ਚ ਵਧੀਕ ਵੀ ਆ ਜਾਂਦੇ ਨੇ। ਜਿਉਂ ਹੀ ਬੰਦਾ ਰੋਸ਼ਨੀ 'ਚ ਤੁਹਾਡੇ ਸਾਹਮਣੇ ਆ ਜਾਏ, ਤੁਹਾਡੇ ਪਹਿਲੇ ਸ਼ੱਕ ਵੀ ਦੂਰ ਹੋ ਜਾਂਦੇ ਨੇ, ਸ਼ੁਬੇ ਵੀ ਖਤਮ ਹੋ ਜਾਂਦੇ ਨੇ, ਕਨਫਿਊਜ਼ਨ ਵੀ ਮੁੱਕ ਜਾਂਦੀ ਹੈ। ਤੁਸੀਂ ਕਹਿੰਦੇ ਹੋ ਮੈਨੂੰ ਤਾਂ ਦਿਨ ਦੇ ਚਾਨਣ ਵਾਂਗ ਜ਼ਾਹਰ ਹੈ ਵੀ ਬੰਦਾ ਇਹੀ ਹੈ, ਮੈਨੂੰ ਕੋਈ ਭੁਲੇਖਾ ਨਹੀਂ। ਜਿਸ ਚੀਜ਼ ਦਾ ਸਾਨੂੰ ਇਲਮ ਹੋ ਜਾਏ ਉਹਨੂੰ ਆਪਾਂ ਕਹਿੰਦੇ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ। ਪਰਮੇਸ਼ਰ ਦੇ ਨਾਮ ਦਾ ਅੰਦਰ ਚਾਨਣ ਹੋ ਜਾਣ ਦਾ ਅਰਥ ਕੀ ਹੈ? ਵਾਹਿਗੁਰੂ ਦੀ ਹੋਂਦ ਦਾ ਗਿਆਨ ਆ ਜਾਣਾ, ਸਮਝ ਪੈ ਜਾਣੀ, ਪਰਮੇਸ਼ਰ ਦੇ ਹੋਣ ਦਾ ਅਹਿਸਾਸ ਹੋ ਜਾਣਾ, ਅੰਦਰ ਪ੍ਰਕਾਸ਼ ਹੈ।
ਇਹ ਕਿਵੇਂ ਸੰਭਵ ਹੈ? ਗਿਆਨ ਗੁਰਗੰਮਿਤ, ਗੁਰੂ ਦੇ ਗਿਆਨ ਦਾ ਸਦਕਾ ਸੰਭਵ ਹੈ, ਗੁਰੂ ਉਪਦੇਸ਼ ਦੀ ਕਮਾਈ ਸਦਕਾ, ਗੁਰੂ ਦੇ ਸ਼ਬਦ ਦਾ ਅਭਿਆਸ ਸਦਕਾ, ਗੁਰੂ ਮਤ ਉੱਤੇ ਨਿਸ਼ਚਲ ਅਟਲ ਯਕੀਨ ਦਾ ਸਦਕਾ। ਕਿਉਂਕਿ ਬਾਣੀ ਨੂੰ ਸਾਰੀ ਸਮੁੱਚੀ ਨੂੰ ਪੜ੍ਹੀਏ। ਨਾਮ ਕਿੱਥੋਂ ਮਿਲਦਾ ਹੈ? ਗੁਰੂ ਕੋਲੋਂ। ਗੁਰੂ ਕੋਲ ਕੀ ਜੁਗਤ ਹੈ? ਸ਼ਬਦ। ਸਿੱਖ ਸ਼ਬਦ ਦੀ ਕਮਾਈ ਕਰੇਗਾ ਤੇ ਉਹਦੇ ਹਿਰਦੇ 'ਚ ਨਾਮ ਪ੍ਰਗਟ ਹੋਏਗਾ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਹੀ ਮੈਥਡ ਹੈ। ਗੁਰਬਾਣੀ ਵਰਤੀ ਜਾਗੇ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਅਸੀਂ ਉਸ ਪਰਮੇਸ਼ਰ ਨੂੰ ਯਾਦ ਕਰਨ ਲਈ ਬਹੁਤ ਸ਼ਬਦ ਵਰਤ ਸਕਦੇ ਹਾਂ। ਕੋਈ ਵਾਹਿਗੁਰੂ ਆਖਦਾ ਹੈ, ਰੱਬ ਆਖਦਾ ਹੈ, ਭਗਵਾਨ ਆਖਦਾ ਹੈ, ਪਰਮੇਸ਼ਰ ਆਖਦਾ ਹੈ। ਇਹਨਾਂ ਸ਼ਬਦਾਂ ਨੂੰ ਕਹਿਣਾ ਬੜੀ ਚੰਗੀ ਗੱਲ ਹੈ। ਇਹ ਵੀ ਅਭਿਆਸ ਦਾ ਹਿੱਸਾ ਨੇ। ਇਹ ਵੀ ਪਰਮੇਸ਼ਰ ਵਾਹਿਗੁਰੂ ਦੇ ਨੇੜੇ ਹੋਣ ਦਾ ਅਭਿਆਸ ਕਰਨ ਦਾ ਇੱਕ ਢੰਗ ਹੈ। ਪਰ ਮੁਕੰਮਲ ਜੀਵਨ ਐਸਾ ਨਹੀਂ ਹੈ, ਚੇਤੇ 'ਚ ਰੱਖਣਾ। ਜਿਵੇਂ ਸਰੀਰ ਦਾ ਹਰ ਇੱਕ ਪਾਰਟ ਲਾਜ਼ਮ ਹੈ, ਪਰ ਇੱਕ ਪਾਰਟ ਨੂੰ ਸਾਰਾ ਸਰੀਰ ਨਹੀਂ ਕਿਹਾ ਜਾ ਸਕਦਾ। ਸਿਰ ਇਕੱਲਾ ਸਰੀਰ ਹੈ ਜਾਂ ਸਰੀਰ ਸਿਰ ਤੋਂ ਬਿਨਾਂ ਹੋ ਸਕਦਾ? ਸਾਰੀਆਂ ਚੀਜ਼ਾਂ ਹੀ ਉਹਦੇ ਵਿੱਚ। ਸਰੀਰ ਦਾ ਅਰਥ ਹੀ ਇਹ ਹੈ ਵੀ ਮੁਕੰਮਲ, ਜਿਹਦੇ ਵਿੱਚ ਸਾਰੇ ਅੰਗ ਮੁਕੰਮਲ ਨੇ। ਤਾਂ ਅਸੀਂ ਇਹ ਬੜੀ ਖਤਾ ਖਾਧੀ ਹੈ ਵੀ ਅਸੀਂ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ, ਬਾਣੀ ਨੂੰ ਵਿਚਾਰਨਾ, ਮਹਿਸੂਸ ਕਰਨਾ, ਜੀਣਾ ਤੇ ਹੰਡਾਉਣਾ, ਇਸ ਨੂੰ ਅਸੀਂ ਬਹੁਤਿਆਂ ਨੇ ਦਰਕਨਾਰ ਕੀਤਾ ਤੇ ਮੰਨ ਲਿਆ ਹੈ ਵੀ ਨਾਮ ਤਾਂ ਬਾਹਰੋਂ ਬਾਹਰ ਹੀ ਜਪਿਆ ਜਾ ਸਕਦਾ, ਬਾਣੀ ਦੀ ਤਾਂ ਲੋੜ ਹੀ ਨਹੀਂ। ਜਿਹੜੇ ਐਸਾ ਸਮਝਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਪੜ੍ਹਨ। ਇਸ ਬਾਣੀ ਤੇ ਹਰ ਨਾਮ ਪਾਏਂਦਾ। ਫਿਰ ਜਦੋਂ ਹਜ਼ੂਰ ਇਹ ਕਹਿੰਦੇ ਸਾਧ ਮਿਲੇ ਸਿੱਧ ਪਾਈਐ ਕੇਹ ਜੋਗ ਕੇ ਭੋਗ, ਦੁਹ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਤੋ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਨੇ, ਗਗਨ ਮੰਡਲ ਮਹਿ ਧਿਆਨਾ ਨਾ। ਹੁਣ ਮੇਰਾ ਧਿਆਨ, ਮੇਰੀ ਸੁਰਤ ਆਕਾਸ਼ ਵਿੱਚ ਯਾਨੀ ਕਿ ਉੱਚੀ ਉੱਠ ਗਈ ਹੈ। ਆਕਾਸ਼ ਦਾ ਅਰਥ ਦਸਮ ਦੁਆਰ ਵੀ ਕੀਤਾ ਹੈ, ਸਹਿਜ ਘਰ ਵੀ ਕੀਤਾ ਹੈ, ਨਿਸ਼ਚਲ ਆਸਨ ਵੀ ਕੀਤਾ ਹੈ, ਜਿੱਥੇ ਚੰਚਲਤਾ ਹੀ ਨਹੀਂ ਰਹਿ ਗਈ, ਜਿੱਥੇ ਵਿਕਾਰਾਂ ਦੇ ਡਿੱਕੋ ਡੋਲੇ ਤੇ ਭਟਕਣਾ ਨਹੀਂ ਰਹਿ ਗਈ, ਜਿੱਥੇ ਸ਼ਾਂਤ ਹੈ, ਸਹਿਜ ਹੈ, ਟਿਕਾਊ ਹੈ, ਵਿਸ਼ੇ ਵਿਕਾਰਾਂ ਦਾ ਕੋਈ ਲਗ ਲਪੇਟ ਪ੍ਰਭਾਵ ਨਹੀਂ, ਜਿੱਥੇ ਧੁਰ ਆਤਮਾ 'ਚ ਕੋਈ ਮੈਲ ਹੀ ਨਹੀਂ, ਐਸੀ ਉੱਚੀ ਜਗ੍ਹਾ ਤੇ ਸੁਰਤ ਪਹੁੰਚ ਗਈ। ਤੇ ਬਰਕਤ ਇਹ ਹੋਈ, ਬਿਖੈ ਰੋਗ ਭੈ ਬੰਧਨ ਭਾਗੇ। ਬਿਖੈ ਦਾ ਅਰਥ ਹੈ ਜ਼ਹਿਰ। ਵਿਸ਼ੇ ਵਿਕਾਰਾਂ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਰੋਗ ਸਨ, ਕਾਮ ਨੂੰ ਰੋਕ ਕੇ ਹੈ, ਕ੍ਰੋਧ ਨੂੰ, ਇਹਨਾਂ ਵਿੱਚੋਂ ਜਿਹੜੇ ਪੈਦਾ ਹੋਣ ਵਾਲੇ ਰੋਗ ਨੇ, ਮਾਨਸਿਕ ਪ੍ਰਵਿਰਤੀਆਂ। ਠੰਡ ਤਾਂ ਠੰਡ ਹੀ ਇਹ ਲੱਗ ਜਾਏ ਤੇ ਉਹਦੇ 'ਚੋਂ ਕਿੰਨੇ ਰੋਗ ਪੈਦਾ ਹੋ ਜਾਂਦੇ ਨੇ ਸਰੀਰ 'ਚ। ਗਰਮੀ ਹੈ, ਤਾਪਮਾਨ ਹੈ, ਪਾਣੀ ਹੈ, ਹਵਾ ਹੈ, ਅੱਗ ਹੈ, ਉਹਦੇ 'ਚੋਂ ਕਿੰਨੇ ਕਿਸਮ ਦੇ ਰੋਗ ਦੀਆਂ ਅੱਗੇ ਕਿਸਮਾਂ ਨੇ। ਕ੍ਰੋਧ ਇੱਕ ਵਬਾ ਹੈ, ਇੱਕ ਵਿਸ਼ਾ ਹੈ, ਇਸ ਵਿੱਚੋਂ ਅਨੇਕ ਪ੍ਰਕਾਰ ਦੇ ਰੋਗ ਉਤਪੰਨ ਹੁੰਦੇ ਨੇ। ਤੋ ਜਿਹੜੇ ਵਿਸ਼ਿਆਂ ਵਿੱਚੋਂ ਰੋਗ ਪੈਦਾ ਹੁੰਦੇ ਨੇ ਉਹ ਵੀ ਦੂਰ ਹੋ ਗਏ। ਭੈ ਬੰਧਨ ਭਾਗੇ। ਭੈ ਦਾ ਅਰਥ ਹੈ ਸਹਿਮ। ਜਿੱਥੇ ਪਾਪ ਹੋਏਗਾ ਉੱਥੇ ਡਰ ਤੇ ਸਹਿਮ ਹੋਏਗਾ। ਜਦੋਂ ਪਾਪ ਨਹੀਂ ਰਿਹਾ ਤੇ ਸਹਿਮ ਵੀ ਨਹੀਂ ਰਿਹਾ। ਬੰਧਨ ਵਿਕਾਰਾਂ ਦੀ ਜਕੜ ਜਿਹੜੀ ਹੈ, ਜਿਹਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਂਦਾ। ਬੰਦਾ ਚਾਹ ਕੇ ਵੀ, ਇਲਮ ਹੁੰਦਿਆਂ, ਪਤਾ ਹੁੰਦਿਆਂ ਵੀ ਉਹਦੇ ਵਿੱਚ ਫਸਦਾ, ਕਿਉਂਕਿ ਉਹ ਬੱਝਾ ਖੜਾ ਹੈ, ਮਜਬੂਰ ਹੈ। ਉਹ ਬੰਧਨ ਟੁੱਟ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਮਨ ਨਿਜ ਘਰ ਸੁਖ ਜਾਣਾ ਨਾ। ਮਨ ਆਪਣੇ ਨਿਜ ਘਰ ਵਿੱਚੋਂ, ਖੁਦ ਵਿੱਚੋਂ, ਆਪਣੇ ਵਜੂਦ ਵਿੱਚੋਂ ਹੀ ਸੁੱਖ ਜਾਣ ਲੈਂਦਾ। ਉਹਦਾ ਸੁੱਖ ਹੁਣ ਬਾਹਰ ਤੇ ਡਿਪੈਂਡ ਨਹੀਂ ਹੈ, ਕਿਸੇ ਦੂਜੇ ਉੱਤੇ ਨਿਰਭਰ ਨਹੀਂ ਹੈ ਵੀ ਉਹ ਇਵੇਂ ਕਰੇ ਤੇ ਮੈਂ ਸੁਖੀ ਹੋਵਾਂਗਾ। ਜੇ ਉਹ ਨਹੀਂ ਕਰੇਗਾ ਤਾਂ ਫਿਰ ਕੀ ਹੋ ਜਾਏਗਾ। ਹੁਣ ਮੈਂ ਉਹ ਸੁੱਖ ਹਾਸਲ ਕਰ ਲਿਆ ਜਿਹੜਾ ਬਾਹਰ ਤੇ ਡਿਪੈਂਡ ਹੀ ਨਹੀਂ, ਕਿਸੇ ਚੀਜ਼ ਤੇ ਨਿਰਭਰ ਹੀ ਨਹੀਂ। ਉਹ ਮੇਰੇ ਖੁਦ ਆਤਮਿਕ ਸੱਤਾ 'ਚੋਂ, ਮੇਰੀ ਅੰਦਰੀ ਚੇਤਨਾ 'ਚੋਂ, ਵਾਹਿਗੁਰੂ ਦੇ ਨਾਲ ਜਿਹੜੀ ਸਾਂਝ ਹੈ ਉਹਦੇ ਵਿੱਚੋਂ ਸੁੱਖ ਪੈਦਾ ਹੋਇਆ। ਸ਼ਾਂਤ ਸਹਿਜ ਰਹੱਸ ਸੁੱਖ ਉਪਜਿਓ। ਉਸ ਨੂੰ ਹਜ਼ੂਰ ਨੇ ਕਿਹਾ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਭੁਲਾਏ।
ਤੋ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਏਕ ਮਤ ਰਤ ਜਾਨ ਮਾਨ ਪ੍ਰਭ ਦੂਸਰ ਮਨੈ ਨ ਆਨਾ ਨਾ। ਇੱਕ ਸਰਤ, ਇੱਕ ਪ੍ਰਭੂ ਨਾਲ ਰੱਤੇ ਜਾ ਕੇ, ਰੱਤੇ ਦਾ ਮਤਲਬ ਹੁੰਦਾ ਹੈ ਉਹਦੇ ਪ੍ਰਭਾਵ ਵਿੱਚ ਆ ਜਾਣਾ, ਇੱਕ ਪਰਮੇਸ਼ਰ ਦੇ ਅਹਿਸਾਸ ਨਾਲ ਜੁੜ ਕੇ ਉਹਦਾ ਪ੍ਰਭਾਵ ਕਬੂਲ ਕੇ ਉਸ ਪਰਮੇਸ਼ਰ ਨੂੰ ਜਾਣ ਕੇ ਉਸ ਨੂੰ ਮੰਨ ਕੇ, ਜਦੋਂ ਮਨ ਉਹਦੇ ਵਿੱਚ ਪਤੀਜ ਗਿਆ, ਜਦੋਂ ਮਤ ਉਸ ਵਾਹਿਗੁਰੂ ਦੇ ਰੰਗਤ ਵਿੱਚ ਰੰਗੀ ਗਈ, ਹੁਣ ਕਹਿੰਦੇ ਨੇ ਦੂਸਰ ਮਨੈ ਨਾ ਆਨਾ, ਹੁਣ ਕਿਸੇ ਦੂਸਰੇ ਦਾ ਖਿਆਲ ਹੀ ਚਿੱਤ ਵਿੱਚ ਨਹੀਂ ਆਉਂਦਾ, ਉਹੀ ਉਹ ਹਰ ਜਗ੍ਹਾ ਦੇ ਉੱਤੇ ਵਿਆਪਕ ਮਹਿਸੂਸ ਹੁੰਦਾ ਹੈ। ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਲੈ ਮੁਤਾਬਕ ਪੰਕਤੀ ਇਵੇਂ ਪੜ੍ਹੀ ਜਾਂਦੀ ਹੈ, ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਇਸ ਨੂੰ ਅਸੀਂ ਕਾਵਕ ਲੈ ਕਹਿੰਦੇ ਹਾਂ, ਪਰ ਜਦੋਂ ਅਰਥਾਂ ਵੱਲ ਧਿਆਨ ਕਰਦੇ ਹਾਂ ਤਾਂ ਇਸ ਦਾ ਵਿਸਰਾਮ ਇੱਥੇ ਆ ਟਿਕਦਾ ਹੈ। ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ। ਮਨ ਦੀ ਵਾਸ਼ਨਾ ਦਾ ਤਿਆਗ ਕਰਕੇ ਮੇਰੇ ਅੰਦਰੋਂ ਅਭਿਮਾਨ ਘਟ ਗਿਆ, ਹਉਮੈ ਗਾਇਬ ਹੋ ਗਈ ਤੇ ਮੇਰੇ ਅੰਦਰ ਚੰਦਨ ਦੀ ਸੁਗੰਧੀ ਵਰਗੀ ਗੁਣਾਂ ਦੀ ਖੁਸ਼ਬੂ ਫੈਲ ਗਈ। ਜੋ ਜਨ ਗਾਏ ਧਿਆਏ ਜਸ ਠਾਕੁਰ, ਜਿਹੜੇ ਜਨ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ, ਮਾਲਕ ਦਾ ਜਸ ਗਾਉਂਦੇ ਨੇ, ਉਸ ਨੂੰ ਧਿਆਉਂਦੇ ਨੇ, ਤਾਸ ਪ੍ਰਭੂ ਹੈ ਥਾਨਾ ਨਾ, ਉਹਨਾਂ ਦਾ ਟਿਕਾਣਾ ਉਸ ਵਾਹਿਗੁਰੂ ਦੇ ਨਾਮ ਵਿੱਚ ਹੋ ਜਾਂਦਾ। ਉਹਨਾਂ ਦੀ ਸੁਰਤ ਉਸ ਪਰਮੇਸ਼ਰ ਦੇ ਨਾਮ ਵਿੱਚ ਇੱਕ ਸੁਰ ਹੋ ਜਾਂਦੀ, ਭਟਕਦੀ ਨਹੀਂ, ਵਿਸ਼ੇ ਵਿਕਾਰਾਂ ਵਿੱਚ ਨਹੀਂ ਜਾਂਦੀ। ਤੇਹ ਵੱਡ ਭਾਗ ਬਸਿਓ ਮਨ ਜਾ ਕੇ, ਉਹਨਾਂ ਦੇ ਮਨ ਵਿੱਚ ਵੱਡੇ ਭਾਗਾਂ ਨਾਲ ਵਾਹਿਗੁਰੂ ਆਪ ਵਸ ਜਾਂਦਾ ਹੈ। ਕਰਮ ਪ੍ਰਧਾਨ ਮਥਾਨਾ ਨਾ, ਸਮਝੋ ਉਹਨਾਂ ਦੇ ਮੱਥੇ ਦੇ ਭਾਗ ਉਜਲੇ ਹੋ ਗਏ ਵਾਹਿਗੁਰੂ ਦੀ ਬਖਸ਼ਿਸ਼ ਤੇ ਕਿਰਪਾ ਦੇ ਨਾਲ। ਕਾਟ ਸ਼ਕਤ, ਸ਼ਕਤ ਦਾ ਅਰਥ ਹੈ ਮਾਇਆ, ਸ਼ਕਤੀ। ਮਾਇਆ ਦਾ ਪ੍ਰਭਾਵ ਕੱਟਿਆ ਗਿਆ, ਮਾਇਆ ਦੇ ਪ੍ਰਭਾਵ ਤੋਂ ਉਹਨਾਂ ਦਾ ਹਿਰਦਾ ਮੁਕਤ ਹੋ ਗਿਆ, ਪ੍ਰਕਿਰਤਕ ਪ੍ਰਭਾਵ ਤੋਂ ਰਹਿਤ ਹੋ ਗਿਆ। ਸ਼ਿਵ ਸਹਿਜ ਪ੍ਰਗਾਸਿਓ, ਸ਼ਿਵ ਦਾ ਅਰਥ ਹੈ ਸਦਾ ਚੇਤਨ, ਜੋ ਸਦਾ ਕਾਇਮ ਹੈ ਤੇ ਚੇਤਨ ਹੈ, ਜੀਵਤ ਹੈ। ਉਹ ਪਰਮੇਸ਼ਰ ਵਾਹਿਗੁਰੂ ਹਿਰਦੇ ਵਿੱਚ ਸੁਭਾਵਕ, ਸਹਿਜ ਦਾ ਅਰਥ ਹੈ ਸੁਭਾਵਕ ਹੀ, ਖੁਦ ਬਖੁਦ ਬਖਸ਼ਿਸ਼ ਉਹਦੀ ਐਸੀ ਹੋਈ ਵੀ ਖੁਦ ਬਖੁਦ ਹੀ ਬਿਨਾਂ ਕਿਸੇ ਉਹ ਚੀਜ਼ ਤੋਂ ਹਿਰਦੇ 'ਚੋਂ ਪ੍ਰਗਟ ਹੋ ਗਿਆ, ਪ੍ਰਗਾਸ ਹੋ ਗਿਆ, ਉਹਦੀ ਸਮਝ ਜੀਵ ਨੂੰ ਪੈ ਗਈ। ਏਕ ਹੈ ਏਕ ਸਮਾਨਾ ਨਾ, ਜੀਵ ਉਸ ਇੱਕੋ ਇੱਕ ਮਾਲਕ ਦੇ ਵਿੱਚ ਭੇਦ ਹੋ ਜਾਂਦਾ ਹੈ, ਸਮਾ ਜਾਂਦਾ ਹੈ। ਕਹਿ ਕਬੀਰ ਗੁਰ ਭੇਟ ਮਹਾ ਸੁਖ, ਇਹ ਕਬੀਰ ਆਖ ਗੁਰੂ ਨੂੰ ਮਿਲ ਕੇ ਇਸ ਮਹਾ ਸਭ ਤੋਂ ਉੱਚੇ ਸੁੱਖ ਦੀ ਪ੍ਰਾਪਤੀ ਮੈਨੂੰ ਹੋਈ ਹੈ। ਇਹ ਸਾਰਾ ਕਾਰਜ ਗੁਰੂ ਦੀ ਬਖਸ਼ਿਸ਼ ਨਾਲ ਸਿਰੇ ਚੜ੍ਹਿਆ। ਇਹ ਇਲਾਹੀ ਜੀਵਨ ਦੀ ਦਾਤ ਜਿਹੜੀ ਹੈ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਈ ਹੈ। ਭ੍ਰਮਤ ਰਹੇ ਮਨ ਮਾਨਾ ਨਾ, ਕਹਿੰਦੇ ਨੇ ਮਨ ਜਿਹੜਾ ਭਰਮਾਂ ਵਿੱਚ ਭਟਕ ਰਿਹਾ ਸੀ, ਵਿਕਾਰਾਂ ਦੀ ਦੌੜ ਵਿੱਚ ਦੌੜ ਰਿਹਾ ਸੀ, ਮਾਇਕ ਪਦਾਰਥਾਂ ਤੇ ਵਿਸ਼ੇ ਵਿਕਾਰਾਂ 'ਚੋਂ ਸੁੱਖ ਲੱਭ ਰਿਹਾ ਸੀ, ਹੁਣ ਗੁਰੂ ਨੂੰ ਮਿਲ ਕੇ, ਗੁਰੂ ਦੀ ਸੋਬਤ ਵਿੱਚ ਆ ਕੇ, ਗੁਰੂ ਸ਼ਬਦ ਦੇ ਪ੍ਰਭਾਵ ਤੇ ਅਭਿਆਸ ਦਾ ਸਦਕਾ ਹੁਣ ਮਹਾਂ ਸੁੱਖ ਦੀ ਪ੍ਰਾਪਤੀ ਕਰ ਗਿਆ। ਸਭ ਤੋਂ ਆਲਾ ਔਰ ਉੱਚਾ ਸੁੱਖ ਇਸ ਨੂੰ ਆਪਣੇ ਵਜੂਦ ਵਿੱਚੋਂ ਪ੍ਰਾਪਤ ਹੋ ਗਿਆ। ਸਾਹਿਬ ਕਿਰਪਾ ਕਰਨ। ਭਗਤ ਕਬੀਰ ਜੀ ਦੇ ਇਸ ਰਾਗ ਵਿੱਚ ਕੁੱਲ 74 ਸ਼ਬਦ ਨੇ ਜਿਹੜੇ ਆਪਾਂ ਵਿਚਾਰਨ ਦਾ ਹੁਣ ਤੱਕ ਯਤਨ ਕੀਤਾ ਹੈ। ਇਸ ਤੋਂ ਅੱਗੇ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ 52 ਅੱਖਰੀ ਹੈ, ਜਿਸ ਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਤੋਂ ਆਰੰਭ ਕਰਨ ਦਾ ਯਤਨ ਕਰਾਂਗੇ। ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਮਹਾਰਾਜ ਖਿਮਾ ਬਖਸ਼ਣ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।